ਦੋਸ਼ੀਆਂ ਨੂੰ ਸਜ਼ਾ ਦਿਓ, ਸਜ਼ਾ ਦਿਓ, ਸਜ਼ਾ ਦਿਓ, ਬਰਗਾੜੀ ਬਾਈਬਲ ਦੇ ਦੋਸ਼ੀਆਂ ਨੂੰ ਸਜ਼ਾ ਦਿਓ, ਸਜ਼ਾ ਦਿਓ, ਸਜ਼ਾ ਦਿਓ। ਪੰਜਾਬ ਸਰਕਾਰ ਗੁਰੂ ਗ੍ਰੰਥ ਸਾਹਿਬ ਤੋਂ ਉੱਪਰ ਕੁਝ ਨਹੀਂ ਹੈ। ਉਹਦੀ ਬੇਅਦਬੀ ਹੋਈ, ਇਨਸਾਫ ਮੰਗਦੇ ਸ਼ਾਂਤਮਈ ਬੈਠੇ ਲੋਕਾਂ ਤੇ ਸੰਗਤ ਤੇ ਗੋਲੀਆਂ ਚਲਾਈਆਂ ਗਈਆਂ। ਇਹ ਸਾਰਿਆਂ ਨੂੰ ਦੇਖਦੇ ਹੋਏ ਇਹੋ ਜਿਹੀ ਸਰਕਾਰ ਦੀਆਂ ਚਾਲਾਂ ਨੇ ਉਧਰ ਕਿਸਾਨ ਕਾਲੇ ਕਾਨੂੰਨ ਲਿਆਂਦੇ, ਉਹਦੀ ਆੜ 'ਚ ਕਰੋਨਾ ਦੀ 'ਚ ਉਹ ਧਰਨਿਆਂ ਤੇ ਬੈਠ ਗਏ। ਧਰਨਿਆਂ ਤੇ ਬੈਠੇ ਵੀ ਇਹ ਕਿੰਨੇ ਕੁ ਧਰਨੇ ਲਾਉਣਗੇ। ਇੰਨੀ ਕੁ ਮਹਿੰਗਾਈ ਕਰਤੀ, ਜਿਹੜਾ ਸਰੋਂ ਦਾ ਤੇਲ ਆ 214 ਰੁਪਏ ਲੀਟਰ ਕਰਤਾ। ਕੋਲੋਂ ਤੇ ਬੈਨ ਲਾਤਾ। ਜਿਵੇਂ ਅੱਗੇ ਸ਼ਰਾਬ ਦੀ ਭੱਠੀ ਫੜੀ ਜਾਂਦੀ ਸੀ, ਆਉਣ ਵਾਲੇ ਟਾਈਮ 'ਚ ਗਰੀਬ ਦੇ ਘਰ ਚੱਕੀ ਇਹਨਾਂ ਨੇ ਭੱਠੀ ਦੇ ਬਰਾਬਰ ਕਰ ਦੇਣੀ ਆ ਵੀ ਉਹ ਆਪਣੇ ਦਾਣੇ ਪੀਂਦਾ ਸੀ। ਸਰਕਾਰ ਨੂੰ ਚਾਹੀਦਾ ਕਿ ਉਹਨਾਂ ਦੀ ਗੱਲ ਵੀ ਪਹਿਲ ਦੇ ਆਧਾਰ ਤੇ ਸੁਣੇ ਤੇ ਪ੍ਰਸ਼ਾਸਨ ਨੂੰ ਚਾਹੀਦਾ ਸੀ ਕਿ ਸਾਨੂੰ ਜਿਹੜਾ ਇਹ ਰੂਟ ਹੈ, ਉਹਨਾਂ ਨੂੰ ਪਹਿਲਾਂ ਪਤਾ ਸੀ ਜੇ ਅੱਗੇ ਕੋਈ ਅੜਚਨ ਹੈ, ਕੋਈ ਧਰਨਾ ਮੁਜ਼ਾਹਰਾ ਹੋ ਰਿਹਾ ਤੇ ਸਾਨੂੰ ਕੋਈ ਬਦਲਵਾਂ ਰੂਟ ਦੇ ਦਿੰਦੀ। ਇਹ ਜਾਣਬੁੱਝ ਕੇ ਟਕਰਾਅ ਕਰਾਉਣ ਦੀ ਨੀਤੀ ਦੇ ਨਾਲ ਹੀ ਪ੍ਰਸ਼ਾਸਨ ਵੱਲੋਂ ਸਾਨੂੰ ਇਸ ਰੂਟ ਤੇ ਲਿਆਂਦਾ ਗਿਆ, ਪਰ ਅਸੀਂ ਇਸ ਟਕਰਾਅ ਵਿੱਚ ਨਹੀਂ ਪੈਣਾ ਚਾਹੁੰਦੇ। ਅਸੀਂ ਇੱਕ ਸਾਈਡ ਤੇ ਬੈਠ ਕੇ ਸਤਨਾਮ ਵਾਹਿਗੁਰੂ ਦਾ ਜਾਪ ਕਰਾਂਗੇ ਜਦੋਂ ਤੱਕ ਕੋਈ ਅਗਲਾ ਰਸਤਾ ਨਹੀਂ ਖੁੱਲਦਾ, ਇਸ ਸਮੱਸਿਆ ਦਾ ਹੱਲ ਨਹੀਂ ਹੁੰਦਾ। ਤੁਸੀਂ ਇਲੈਕਸ਼ਨ ਟਾਈਮ ਹੀ ਕਿਉਂ ਇੱਥੇ ਜਿਹੜਾ ਇਨਸਾਫ ਮੋਰਚਾ ਸਟਾਰਟ ਕੀਤਾ ਜੀ, ਕੱਲਾ ਨਹੀਂ ਕੀਤਾ ਹੈਗਾ? ਇਹ ਜਿਹੜਾ ਹੈਗਾ ਮੋਰਚਾ ਤਾਂ ਤੁਹਾਨੂੰ ਸ਼ਾਇਦ ਇਸ ਗੱਲ ਦਾ ਨਹੀਂ ਪਤਾ ਹੋਊ, 7 ਸਾਲ ਪਹਿਲਾਂ ਦਾ ਹੀ ਚੱਲਦਾ। ਜਿੱਦਣ ਦਾ ਬਰਗਾੜੀ ਤੋਂ ਸ਼ੁਰੂ ਹੋਇਆ, ਪਹਿਲਾਂ ਅਦਾਲਤਾਂ ਤੇ ਟੇਕ ਛੱਡੀ ਸੀ, ਪਰ ਹੁਣ ਜਦੋਂ ਅਦਾਲਤਾਂ ਕੋਲੋਂ ਟੇਕ ਮੁੱਕ ਗਈ, ਤੁਸੀਂ ਦੇਖਿਆ ਹੋਣਾ ਥੋੜੇ ਜਿਹੇ ਦਿਨ ਪਹਿਲਾਂ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਜਿਹੜੀ ਸਿੱਟ ਸੀ, ਜਿਹੜੀ ਬਿਲਕੁਲ ਸੱਚ ਦੇ ਆਧਾਰਿਤ ਸੀ, ਉਹ ਅਦਾਲਤ ਵਿੱਚ ਪੇਸ਼ ਹੋਈ। ਅਦਾਲਤ ਨੇ ਐਡਵੋਕੇਟ ਜਨਰਲ ਪੰਜਾਬ ਦੀਆਂ ਦਲੀਲਾਂ ਦੀ ਪਰਵਾਹ ਨਾ ਕਰਦੇ ਹੋਏ, ਗੈਰ ਵਾਜਬ ਦਲੀਲਾਂ ਨੂੰ ਖਾਰਜ ਕਰਦੇ ਹੋਏ ਉਹ ਸਿੱਟ ਨੂੰ ਖਾਰਜ ਕਰਤਾ। ਸਤਿ ਸ਼੍ਰੀ ਅਕਾਲ ਜੀ, ਮੈਂ ਪ੍ਰਾਈਮਰੀ ਤੋਂ ਰਣਦੀਪ ਕੌਰ। ਅੱਜ ਅਸੀਂ ਖੜੇ ਹਾਂ ਆਲਮਗੀਰ ਵਿੱਚ ਖੜੇ ਹਾਂ। ਉੱਥੇ ਬੇਅਦਬੀ ਬਰਗਾੜੀ ਬਾਈਬਲ ਦੇ ਜਿਹੜੇ ਸ਼ਹੀਦਾਂ ਦੇ ਇਨਸਾਫ ਲੈਣ ਦੇ ਲਈ ਜੋ ਧਾਰਮਿਕ ਜਥੇਬੰਦੀਆਂ ਦੁਆਰਾ ਇਨਸਾਫ ਮਾਰਚ ਕੱਢਿਆ ਜਾ ਰਿਹਾ ਸੀਗਾ, ਜਿਸ ਨੂੰ ਕਿ ਤਿੰਨ ਦਿਨ ਹੋ ਚੁੱਕੇ ਨੇ। ਇੱਥੇ ਆਲਮਗੀਰ ਦੇ ਵਿੱਚ ਕੁਝ ਲੋਕਾਂ ਦੁਆਰਾ ਜਾਂ ਕਿਸਾਨ ਜਥੇਬੰਦੀ ਦੁਆਰਾ ਆਪਾਂ ਕਹਿ ਸਕਦੇ ਹਾਂ ਕਿ ਉਹਨਾਂ ਦੁਆਰਾ ਰਸਤਾ ਰੁਕਿਆ ਜਾ ਰਿਹਾ ਹੈਗਾ। ਜੋ ਇਨਸਾਫ ਮਾਰਚ ਚੱਲ ਰਿਹਾ ਹੈਗਾ, ਆਪਾਂ ਧਾਰਮਿਕ ਜਥੇਬੰਦੀਆਂ ਨਾਲ ਗੱਲਬਾਤ ਕਰਦੇ ਹਾਂ ਵੀ ਉਹਨਾਂ ਨਾਲ ਕੀ ਧੱਕੇਸ਼ਾਹੀ ਹੋ ਰਹੀ ਹੈ ਜਾਂ ਕੀ ਉਹਨਾਂ ਦੀ ਪ੍ਰੋਬਲਮ ਆ ਰਹੀਆਂ ਨੇ। ਸਾਡੇ ਨਾਲ ਤਿਰੰਗਾ ਸਿੰਘ ਜੀ ਨਾਲ ਨੇ, ਉਹਨਾਂ ਨਾਲ ਗੱਲਬਾਤ ਕਰਦੇ। ਸਰ, ਕੀ ਤੁਹਾਨੂੰ ਮੁਸ਼ਕਲਾਂ ਦਾ ਕੀ ਸਾਹਮਣਾ ਕਰਨਾ ਪੈ ਰਿਹਾ ਜੀ? ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਤੇ ਬਾਈਬਲ ਤੇ ਬਰਗਾੜੀ ਦੇ ਅੰਦਰ ਹੋਏ ਸ਼ਹੀਦਾਂ ਦੇ ਇਨਸਾਫ ਲਈ ਖੰਨਾ ਸੁਖਸਾਗਰ ਤੋਂ 21 ਤਰੀਕ ਨੂੰ ਇਨਸਾਫ ਮਾਰਚ ਚੱਲਿਆ, ਜਿਹਦੀ ਅਗਵਾਈ ਸਰਬਜੀਤ ਸਿੰਘ ਕੰਗ ਲੋਕ ਇਨਸਾਫ ਪਾਰਟੀ ਤੋਂ, ਸਰਦਾਰ ਸੰਦੀਪ ਸਿੰਘ ਰਪਾਲੋਂ ਤੇ RSP ਪਾਰਟੀ ਦੇ ਸੂਬਾ ਸਕੱਤਰ ਤੇ ਬਾਬਾ ਹਰਚੰਦ ਸਿੰਘ ਤੇ ਹੋਰ ਕਈ ਲਖਵੰਤ ਸਿੰਘ ਤੇ ਹੋਰ ਕਈ ਇਨਸਾਫ ਪਸੰਦ ਜਥੇਬੰਦੀਆਂ ਸਾਡੇ ਨਾਲ ਨੇ। ਰਸਤੇ ਦੇ ਵਿੱਚ ਬੜਾ ਭਾਰੀ ਸਹਿਯੋਗ ਮਿਲਿਆ। ਅੱਜ ਆਲਮਗੀਰ ਸਾਹਿਬ ਤੋਂ ਜਦੋਂ ਅਸੀਂ ਅਰਦਾਸ ਕਰਕੇ ਚੱਲੇ, ਰੂਟ ਪਹਿਲਾਂ ਤੈਅ ਆ ਤੇ ਜਾਣ ਬੁੱਝ ਕੇ ਸਰਕਾਰ ਵੱਲੋਂ ਟਕਰਾਅ ਕਰਾਉਣ ਦੀ ਖਾਤਰ ਜਿਹੜੇ ਕਿਸਾਨਾਂ ਦਾ ਰੋਡ ਤੇ ਧਰਨਾ ਹੈਗਾ, ਕਿਉਂਕਿ ਉਹਨਾਂ ਦੀ ਸਮੱਸਿਆ ਬੜੀ ਗੰਭੀਰ ਹੈ। ਝੋਨੇ ਦਾ ਸੀਜ਼ਨ ਚੱਲ ਰਿਹਾ ਤੇ ਜਿਹੜੀ ਬਿਜਲੀ ਹੈ ਉਹ ਕਦੇ 4 ਘੰਟੇ ਕਦੇ 6 ਘੰਟੇ, ਜਦ ਕਿ ਵਾਅਦਾ ਕੀਤਾ ਉਹਨਾਂ ਨੇ ਵੀ 8 ਘੰਟੇ ਲਗਾਤਾਰ ਬਿਜਲੀ ਦਿੱਤੀ ਜਾਊ, ਵਿੱਚੋਂ ਕੱਟ ਕੀਤੇ ਜਾਂਦੇ ਨੇ। ਉਹਦੇ ਲਈ ਕਿਸਾਨਾਂ ਵੱਲੋਂ ਧਰਨਾ ਲਾਇਆ ਜਾ ਰਿਹਾ। ਸਰਕਾਰ ਨੂੰ ਚਾਹੀਦਾ ਕਿ ਉਹਨਾਂ ਦੀ ਗੱਲ ਵੀ ਪਹਿਲ ਦੇ ਆਧਾਰ ਤੇ ਸੁਣੇ ਤੇ ਪ੍ਰਸ਼ਾਸਨ ਨੂੰ ਚਾਹੀਦਾ ਸੀ ਕਿ ਸਾਨੂੰ ਜਿਹੜਾ ਇਹ ਰੂਟ ਹੈ, ਉਹਨਾਂ ਨੂੰ ਪਹਿਲਾਂ ਪਤਾ ਸੀ ਜੇ ਅੱਗੇ ਕੋਈ ਅੜਚਨ ਹੈ, ਕੋਈ ਧਰਨਾ ਮੁਜ਼ਾਹਰਾ ਹੋ ਰਿਹਾ ਤੇ ਸਾਨੂੰ ਕੋਈ ਬਦਲਵਾਂ ਰੂਟ ਦੇ ਦਿੰਦੀ। ਇਹ ਜਾਣਬੁੱਝ ਕੇ ਟਕਰਾਅ ਕਰਾਉਣ ਦੀ ਨੀਤੀ ਦੇ ਨਾਲ ਹੀ ਪ੍ਰਸ਼ਾਸਨ ਵੱਲੋਂ ਸਾਨੂੰ ਇਸ ਰੂਟ ਤੇ ਲਿਆਂਦਾ ਗਿਆ, ਪਰ ਅਸੀਂ ਇਸ ਟਕਰਾਅ ਵਿੱਚ ਨਹੀਂ ਪੈਣਾ ਚਾਹੁੰਦੇ। ਅਸੀਂ ਇੱਕ ਸਾਈਡ ਤੇ ਬੈਠ ਕੇ ਸਤਨਾਮ ਵਾਹਿਗੁਰੂ ਦਾ ਜਾਪ ਕਰਾਂਗੇ ਜਦੋਂ ਤੱਕ ਕੋਈ ਅਗਲਾ ਰਸਤਾ ਨਹੀਂ ਖੁੱਲਦਾ, ਇਸ ਸਮੱਸਿਆ ਦਾ ਹੱਲ ਨਹੀਂ ਹੁੰਦਾ। ਸਰ, ਤੁਸੀਂ ਇੱਥੇ ਕਿੰਨਾ ਟਾਈਮ ਬੈਠੇ ਰਹੋਗੇ? ਧਰਨਾ ਇੱਥੇ ਲੱਗਿਆ ਰਿਹਾ ਜੀ। ਗੱਲ ਇਹ ਆ ਵੀ ਪਹਿਲਾਂ ਕਿਸਾਨ ਜ਼ਰੂਰੀ ਨੇ ਤੇ ਅਸੀਂ ਜਿਹੜਾ ਆਪਣਾ ਮਿਸ਼ਨ ਆ ਉਹ ਬੜਾ ਸ਼ਾਂਤਮਈ ਢੰਗ ਦੇ ਨਾਲ ਤੋਰਿਆ ਹੋਇਆ। ਸਰਕਾਰ ਨੇ ਕਈ ਵਾਰ ਸਾਨੂੰ ਹੈਪਰ ਕਰਨ ਦੀ ਕੋਸ਼ਿਸ਼ ਕੀਤੀ,
ਰਸਤੇ ਦੇ ਵਿੱਚ ਵੀ ਕਈ ਥਾਂ ਇਹੋ ਜਿਹੇ ਹਾਲਾਤ ਬਣਾਏ, ਪਰ ਅਸੀਂ ਉਹਨਾਂ ਹਾਲਾਤਾਂ ਦੇ ਵਿੱਚੋਂ ਬੜੇ ਸ਼ਾਂਤਮਈ ਢੰਗ ਨਾਲ ਨਿਕਲ ਗਏ। ਜਦੋਂ ਜਿਵੇਂ ਤਿਰੰਗਾ ਜੀ ਨੇ ਕਿਹਾ ਔਰ ਕੰਗ ਸਾਹਿਬ ਕਹਿੰਦੇ ਨੇ ਵੀ ਜਦੋਂ ਇਹਨਾਂ ਨੂੰ ਪਤਾ ਸੀ ਵੀ ਕਿਸਾਨ ਇੱਕ ਸਮੱਸਿਆ ਦੇ ਨਾਲ ਜੂਝ ਰਹੇ ਨੇ ਤੇ ਮੂਹਰੇ ਧਰਨਾ ਲਾਈ ਬੈਠੇ ਨੇ, ਇਹ ਸਾਨੂੰ ਕੋਈ ਹੋਰ ਰੂਟ ਪਲਾਨ ਦਿੰਦੇ। ਸੋ ਇਹ ਬੜੀ ਇਹਨਾਂ ਨੂੰ ਇਹ ਸੀ ਵੀ ਅਸੀਂ ਆ ਕੇ ਟਕਰਾ ਕਰਾਂਗੇ, ਪਰ ਅਸੀਂ ਬਹੁਤ ਪਿਆਰ ਦੇ ਨਾਲ ਸ਼ਾਂਤਮਈ ਢੰਗ ਦੇ ਨਾਲ ਬੈਠੇ ਹਾਂ ਔਰ ਬਹੁਤ ਪਿਆਰ ਦੇ ਨਾਲ ਬੈਠੇ ਰਹਾਂਗੇ ਜਦੋਂ ਤੱਕ ਪ੍ਰਸ਼ਾਸਨ ਸਾਨੂੰ ਕੋਈ ਬਦਲਵਾਂ ਰੂਟ ਨਹੀਂ ਦਿੰਦਾ ਜਾਂ ਪ੍ਰਸ਼ਾਸਨ ਸਾਨੂੰ ਆਪਣਾ ਕੋਈ ਹੋਰ ਢੰਗ ਜ਼ਰੀਆ ਨਹੀਂ ਵਰਤਦਾ, ਉਹਨਾਂ ਚਿਰ ਬੈਠੇ ਰਹਾਂਗੇ। ਕਿਉਂਕਿ ਇਸ ਤਰ੍ਹਾਂ ਲਗਾਤਾਰ ਲੰਘੇ ਹੋਏ ਹਾਂ ਅਸੀਂ ਤਾਂ 7 ਸਾਲਾਂ ਦੀ ਵੇਟ ਕਰੀ ਆ, ਫਿਰ ਇਹ ਘੰਟਿਆਂ ਦੀ ਵੇਟ ਸਾਡੇ ਲਈ ਕੋਈ ਮਾਇਨਾ ਨਹੀਂ ਰੱਖਦੀ। ਅਸੀਂ 7 ਸਾਲਾਂ ਦੀ ਵੇਟ ਤੋਂ ਬਾਅਦ ਸੜਕ ਦੇ ਉੱਤੇ ਤੁਰੇ ਹਾਂ ਤੇ ਇਹ ਘੰਟੇ ਸਾਡੇ ਲਈ ਕੋਈ ਮਾਇਨਾ ਨਹੀਂ ਰੱਖਦੇ। ਕਿਸਾਨਾਂ ਦਾ ਵੀ ਮਸਲਾ ਜ਼ਰੂਰੀ ਆ, ਅਸੀਂ ਉਹਨਾਂ ਚਿਰ ਵਾਹਿਗੁਰੂ ਦਾ ਜਾਪ ਕਰਾਂਗੇ। ਔਰ ਜਿਹੜੇ ਸੰਬੰਧਿਤ ਅਫਸਰਾਂ ਦੀ ਅਣਗਹਿਲੀ ਹੋਈ ਆ, ਇੰਟੈਲੀਜੈਂਸੀ ਦੀ ਅਣਗਹਿਲੀ ਹੋਈ ਆ, ਸੰਬੰਧਿਤ ਇਸ ਇਲਾਕੇ ਦੇ ਪੁਲਿਸ ਮੁਲਾਜ਼ਮਾਂ ਦੀ ਅਣਗਹਿਲੀ ਹੋਈ ਆ, ਕਿਉਂਕਿ ਤੁਸੀਂ ਦੇਖ ਰਹੇ ਹੋ ਜਿੱਥੇ ਅਸੀਂ ਬੈਠੇ ਹਾਂ ਇੱਥੋਂ ਸਿਰਫ 3 ਮਿੰਟ ਦੀ ਵਾਟ ਤੇ ਸਾਡਾ ਪੜਾਅ ਸੀ ਜਿੱਥੋਂ ਅਸੀਂ ਤੁਰੇ ਸੀ। ਇਹ 3 ਮਿੰਟ ਕੋਈ ਵੱਡੀ ਗੱਲ ਨਹੀਂ ਹੁੰਦੀ। ਇੱਥੋਂ ਬੰਦਾ ਸਕੂਟਰ ਤੇ ਜਾ ਕੇ ਮੂਹਰੇ ਦੱਸ ਸਕਦਾ ਭਾਈ ਇੱਧਰ ਨੂੰ ਨਾ ਜਾਇਓ, ਇੱਧਰ ਕਿਸਾਨਾਂ ਦੀ ਸਮੱਸਿਆ। ਅਸੀਂ ਧਾਂਦਰੇ ਪਿੰਡ 'ਚ ਹੀ ਹੋ ਜਾਂਦੇ। ਜਦੋਂ ਐਨ ਅਸੀਂ ਸੜਕ ਤੇ ਆ ਗਏ ਉਦੋਂ ਕਹਿੰਦੇ ਨੇ ਪਤਾ ਨਹੀਂ ਕੀ ਹੋ ਗਿਆ, ਪਤਾ ਨਹੀਂ ਕੀ ਹੋ ਗਿਆ। ਇਸ ਕਰਕੇ ਇਹ ਜਿਹੜੀਆਂ ਗੱਲਾਂ ਨੇ ਸਰਕਾਰ ਬਹੁਤ ਪੁਰਾਣੀਆਂ ਕਰ ਰਹੀਆਂ, ਇਕੜੀਆਂ ਮੋਰਚਿਆਂ ਨੂੰ ਫੇਲ ਕਰਦੀਆਂ ਆਈਆਂ ਨੇ, ਪਰ ਅਸੀਂ ਪੰਜਾਬ ਦੇ ਰਹਿਣ ਵਾਲੇ ਹਾਂ, ਪੰਜਾਬ ਦੇ ਲੋਕ ਹਾਂ, ਸਾਨੂੰ ਪਤਾ ਇਹਨਾਂ ਦੇ ਨਾਲ ਕਿਵੇਂ ਨਜਿੱਠਣਾ, ਇਹਨਾਂ ਦੀਆਂ ਚਾਲਾਂ ਦਾ ਕਿਵੇਂ ਜਵਾਬ ਦੇਣਾ। ਅਸੀਂ ਵਾਹਿਗੁਰੂ ਸਤਨਾਮ ਵਾਹਿਗੁਰੂ ਦਾ ਜਾਪ ਕਰਾਂਗੇ। ਸਰ ਤੁਸੀਂ ਕਹਿ ਰਹੇ ਹੋ ਵੀ ਸਰਕਾਰ ਦੀ ਚਾਲ ਹੋ ਸਕਦੀ ਹੈ, ਪਰ ਤੁਸੀਂ ਤਿੰਨੇ ਜਥੇਬੰਦੀਆਂ ਨੇ, ਇਹ ਅਲੱਗ-ਅਲੱਗ ਪਾਰਟੀਆਂ ਤੋਂ ਨੇ। ਤੁਸੀਂ ਇਲੈਕਸ਼ਨ ਟਾਈਮ ਹੀ ਕਿਉਂ ਇੱਥੇ ਜਿਹੜਾ ਇਨਸਾਫ ਮੋਰਚਾ ਸਟਾਰਟ ਕੀਤਾ ਜੀ, ਪਹਿਲਾਂ ਨਹੀਂ ਕੀਤਾ ਹੈਗਾ? ਇਹ ਜਿਹੜਾ ਹੈਗਾ ਮੋਰਚਾ ਤਾਂ ਤੁਹਾਨੂੰ ਸ਼ਾਇਦ ਇਸ ਗੱਲ ਦਾ ਨਹੀਂ ਪਤਾ ਹੋਊ, 7 ਸਾਲ ਪਹਿਲਾਂ ਦਾ ਹੀ ਚੱਲਦਾ। ਜਿੱਦਣ ਦਾ ਬਰਗਾੜੀ ਤੋਂ ਸ਼ੁਰੂ ਹੋਇਆ, ਪਹਿਲਾਂ ਅਦਾਲਤਾਂ ਤੇ ਟੇਕ ਛੱਡੀ ਸੀ, ਪਰ ਹੁਣ ਜਦੋਂ ਅਦਾਲਤਾਂ ਕੋਲੋਂ ਟੇਕ ਮੁੱਕ ਗਈ, ਤੁਸੀਂ ਦੇਖਿਆ ਹੋਣਾ ਥੋੜ੍ਹੇ ਜਿਹੇ ਦਿਨ ਪਹਿਲਾਂ ਕੁਬਰ ਵਿਜੇ ਪ੍ਰਤਾਪ ਸਿੰਘ ਦੀ ਜਿਹੜੀ ਸਿੱਟ ਸੀ, ਜਿਹੜੀ ਬਿਲਕੁਲ ਸੱਚ ਦੇ ਆਧਾਰਿਤ ਸੀ, ਉਹ ਅਦਾਲਤ ਵਿੱਚ ਪੇਸ਼ ਹੋਈ। ਅਦਾਲਤ ਨੇ ਐਡਵੋਕੇਟ ਜਨਰਲ ਪੰਜਾਬ ਦੀਆਂ ਦਲੀਲਾਂ ਦੀ ਪਰਵਾਹ ਨਾ ਕਰਦੇ ਹੋਏ, ਗੈਰ ਵਾਜਬ ਦਲੀਲਾਂ ਨੂੰ ਖਾਰਜ ਕਰਦੇ ਹੋਏ ਉਹ ਸਿੱਟ ਨੂੰ ਖਾਰਜ ਕਰਤਾ। ਤੇ ਹੁਣ ਉਹ ਸਮਾਂ ਆ ਗਿਆ। ਪਹਿਲਾਂ ਸਾਨੂੰ ਇਹ ਸੀ ਵੀ ਅਦਾਲਤ ਸੰਮਣ ਕਰੂਗੀ ਤੇ ਇਹਨਾਂ ਨੂੰ ਅੰਦਰ ਦਊਗੀ ਤੇ ਕੁਬਰ ਵਿਜੇ ਪ੍ਰਤਾਪ ਸਿੰਘ ਆਪਣਾ ਚਲਾਨ ਚਾਰਜਸ਼ੀਟ ਪੇਸ਼ ਕਰਨਗੇ, ਪਰ ਸਰਕਾਰ ਨੇ ਉਹਨਾਂ ਨੂੰ ਉਸ ਤੋਂ ਲਾਂਭੇ ਕਰਤਾ। ਫਿਰ ਸਾਨੂੰ ਲੋੜ ਪਈ ਕਿ ਅਸੀਂ ਆਈਏ। ਤੇ ਦੂਜੀ ਗੱਲ ਜਿਹੜੀ ਤੁਹਾਡੀ ਗੱਲ ਦਾ ਜਵਾਬ ਦਿੰਦੇ ਆ, ਨਾ ਗੁਰੂ ਗ੍ਰੰਥ ਸਾਹਿਬ ਦੇ ਨਾਂ ਤੇ ਕਦੇ ਵੋਟ ਮੰਗੀ ਆ ਤੇ ਨਾ ਮੰਗਾਂਗੇ, ਤੇ ਨਾ ਇਹੋ ਜਿਹਾ ਕਦੇ ਰਸਤਾ ਆਪਣਾ। ਆਪਣੇ ਜੀ ਕੈਪਟਨ ਸਾਹਿਬ ਨੇ ਤਾਂ ਮੰਗ ਲਈ ਸੀ, ਉਹਨਾਂ ਨੇ ਗੁਟਕਾ ਵੀ ਹੱਥ 'ਚ ਫੜਿਆ ਸੀਗਾ। ਉਹਦੇ ਕੋਲ ਕੈਪਟਨ ਸਾਹਿਬ ਸਿਆਸੀ ਬੰਦੇ ਨੇ, ਉਹ ਤਾਂ ਕਈ ਵਾਰ ਉਹ ਤਾਂ ਤੁਸੀਂ ਉਹਨਾਂ ਦਾ ਕਿਰਦਾਰ ਤਾਂ ਬਲੀਵ ਸਟਾਰ ਤੋਂ ਦੇਖ ਲੈਂਦੇ ਹੋ। ਕਦੇ ਉਹ ਪੰਥ ਦੇ ਹੱਕ 'ਚ ਅਸਤੀਫਾ ਦੇ ਦਿੰਦੇ ਨੇ, ਕਾਂਗਰਸ ਦੇ ਵਿਰੁੱਧ ਹੁੰਦੇ ਨੇ, ਕਦੇ ਫੇਰ ਕਾਂਗਰਸ 'ਚ ਰਲ ਜਾਂਦੇ ਨੇ, ਕਦੇ ਆਪਣਾ ਅਕਾਲੀ ਦਲ ਬਣਾ ਲੈਂਦੇ ਨੇ। ਉਹਨਾਂ ਦੀਆਂ ਤਾਂ ਦੇਖੋ ਰਾਜਾ ਮਹਾਰਾਜਿਆਂ ਦੀਆਂ ਗੱਲਾਂ ਪੰਜਾਬ ਦੇ ਲੋਕ ਹੋਰ ਢੰਗ ਨਾਲ ਲੈ ਲੈਂਦੇ ਨੇ। ਸੋ ਮੈਂ ਸਮਝਦਾ ਵੀ ਕੈਪਟਨ ਅਮਰਿੰਦਰ ਸਿੰਘ ਆਪਣਾ ਮਾਨਸਿਕ ਸੰਤੁਲਨ ਖੋ ਬੈਠਿਆ, ਉਹਨੂੰ ਇਸ ਵਕਤ ਗੱਦੀ ਤੇ ਨਹੀਂ ਬੈਠਣਾ ਚਾਹੀਦਾ, ਉਹ ਗੈਰ ਵਾਜਬ ਬੈਠਾ। ਪੰਜਾਬ ਦੇ ਲੋਕ ਉਹਨੂੰ ਆਉਣ ਵਾਲੇ ਸਮੇਂ 'ਚ ਉਹਦੇ ਕੀਤੀ ਦਾ ਫਲ ਭੁਗਤਾਉਣਗੇ। ਸਰ ਜਿਹੜਾ ਤੁਸੀਂ ਇਨਸਾਫ ਮੋਰਚਾ ਸਟਾਰਟ ਕੀਤਾ, ਕੀ ਤੁਸੀਂ ਇਹ ਵੋਟਾਂ ਲਈ ਨਹੀਂ ਕਹਿ ਰਹੇ? ਵੋਟਾਂ ਆ ਰਹੀਆਂ ਨੇ। ਵੋਟਾਂ ਦਾ ਪੁੱਤ ਹਜੇ ਕੋਈ ਨਹੀਂ ਹੈ। ਜਿਹੜੀ ਕਰੋਨਾ ਦੀ ਲਹਿਰ ਚੱਲਦੀ ਆ, ਪਿਛਲੇ ਸਾਲ ਤੋਂ ਪਹਿਲੀ ਲਹਿਰ ਆ ਗਈ, ਦੂਜੀ ਆ ਗਈ, ਤੀਜੀ ਦਾ ਸੁਭਾਵਿਕ ਵੀ ਪਤਾ ਨਹੀਂ ਹੈ ਵੋਟਾਂ ਕਦ ਹੋਣੀਆਂ ਨੇ। ਹਜੇ 7 ਮਹੀਨਿਆਂ ਨੂੰ ਨੇ ਜਾਂ 8 ਮਹੀਨਿਆਂ ਨੂੰ। ਜੋ ਰੁਪਾਲੋਂ ਸਾਹਿਬ ਦੱਸ ਕੇ ਹਟੇ ਆ, ਇਹਦੇ 'ਚ ਸਿਰਫ ਜਿਹੜੀ ਲੋਕਾਂ ਨੂੰ ਜਾਗਰੂਕ ਕਰਦੇ ਆ ਵੀ ਭਾਈ ਜਾਗੋ, ਜਿਹੜਾ ਆਪਾਂ ਨੇ ਗੁਰੂ ਗ੍ਰੰਥ ਸਾਹਿਬ ਤੋਂ ਉੱਪਰ ਕੁਛ ਨਹੀਂ ਹੈ, ਉਹਦੀ ਬੇਅਦਬੀ ਹੋਈ, ਇਨਸਾਫ ਮੰਗਦੇ ਸ਼ਾਂਤਮਈ ਬੈਠੇ ਲੋਕਾਂ ਤੇ ਸੰਗਤ ਤੇ ਗੋਲੀਆਂ ਚਲਾਈਆਂ ਗਈਆਂ। ਇਹ ਸਾਰਿਆਂ ਨੂੰ ਦੇਖਦੇ ਹੋਏ ਇਹੋ ਜਿਹੀ ਸਰਕਾਰ ਦੀਆਂ ਚਾਲਾਂ ਨੇ। ਉੱਧਰ ਕਿਸਾਨ ਕਾਲੇ ਕਾਨੂੰਨ ਲਿਆਂਦੇ, ਉਹਦੀ ਆੜ 'ਚ ਕਰੋਨਾ ਦੀ 'ਚ ਉਹ ਧਰਨਿਆਂ ਤੇ ਬੈਠ ਗਏ। ਧਰਨਿਆਂ ਤੇ ਬੈਠੇ ਵੀ ਇਹ ਕਿੰਨੇ ਕੁ ਧਰਨੇ ਲਾਉਣਗੇ? ਇੰਨੀ ਕੁ ਮਹਿੰਗਾਈ ਕਰਤੀ, ਜਿਹੜਾ ਸਰੋਂ ਦਾ ਤੇਲ ਆ 214 ਰੁਪਏ ਲੀਟਰ ਕਰਤਾ। ਕੋਲੋਂ ਤੇ ਬੈਨ ਲਾਤਾ। ਜਿਵੇਂ ਅੱਗੇ ਸ਼ਰਾਬ ਦੀ ਭੱਠੀ ਫੜੀ ਜਾਂਦੀ ਸੀ, ਆਉਣ ਵਾਲੇ ਟਾਈਮ 'ਚ ਗਰੀਬ ਦੇ ਘਰ ਚੱਕੀ ਇਹਨਾਂ ਨੇ ਭੱਠੀ ਦੇ ਬਰਾਬਰ ਕਰ ਦੇਣੀ ਆ ਵੀ ਉਹ ਆਪਣੇ ਦਾਣੇ ਪੀਂਦਾ ਸੀ। ਹੋਇਆ ਕੀ ਜੀ, ਫਲਾਣੇ ਦੀ ਚੱਕੀ ਫੜੀ ਗਈ। ਉਹ ਚੋਰੀ ਪੀਂਦੇ ਸੀ ਕਿਉਂਕਿ ਉਹਨਾਂ ਕੋਲ ਪੈਸੇ ਨਹੀਂ ਸੀ ਵੀ ਇਹਨਾਂ ਦੇ ਸਟੋਰਾਂ 'ਚੋਂ ਥੈਲੀਆਂ 'ਚੋਂ ਆਟਾ ਲੈ ਲੈਣਾ। ਐਂ ਰੌਲਾ ਪਿਆ ਕਰਨਾ, ਉਹ ਅੱਛਾ ਫਲਾਣੇ ਨੇ ਵੀ ਚੱਕੀ ਚਲਾ ਲਈ ਸੀ ਘਰ, ਜਿਵੇਂ ਪੁਰਾਣੀਆਂ ਚੱਕੀਆਂ ਹੁੰਦੀਆਂ ਸੀ ਨਾ, ਵੀ ਉਨੇ ਕੁ ਰੋਟੀ ਖਾਣ ਜੋਗੇ ਦਾਣੇ ਪੀ ਲੈ ਜਾਣ। ਜੇ ਕੋਲੂ ਚੱਲਣਗੇ ਜਾਂ ਸਰੋਂ ਆਪਦੀ ਹੋਊਗੀ, ਉਹ ਸਾਰਾ ਕੁਛ ਇਹੋ ਜਿਹੀਆਂ ਕੱਲ੍ਹ ਬੋਲਦੇ ਸੀ। ਉਹਦੇ 'ਚ ਪੰਜਾਬੀਆਂ ਨੇ
ਬਾਹਰਲੇ ਮੁਲਕ ਕਾਮਯਾਬ ਕਰਤੇ। ਜਿਹੜੇ ਕਾਲੇ ਪਾਣੀ ਹੁੰਦੇ ਸੀ, ਕਾਲੇ ਪਾਣੀ ਤੋਂ ਆਸਟ੍ਰੇਲੀਆ ਵਰਗੇ ਮੁਲਕ ਬਣ ਗਏ ਪੰਜਾਬੀਆਂ ਦੀ ਬਦੌਲਤ। ਜਿੱਥੇ ਨਿਰਾ ਪੰਜਾਬ ਵਸਦਾ ਉਹਦੇ ਇੰਨੇ ਬੁਰੇ ਹਾਲ ਕਿਹਦੀ ਬਦੌਲਤ? ਇਹ ਦੋ ਘਰਾਣੇ ਜਿਹੜੇ ਮੂਹਰੇ ਆ ਗਏ, ਇਹਨਾਂ ਨੇ 70-72 ਸਾਲਾਂ 'ਚ ਪੰਜਾਬ ਦਾ ਬੇੜਾ ਗਰਕ ਕਰਤਾ। ਲੋਕ ਬੇਵਸ ਕਰਤੇ। ਤੁਸੀਂ ਇਹ ਦੇਖੋ, ਉਧਰ ਲਾਈਟ ਬੰਦ ਆ, ਲਾਈਟ ਘੱਟ ਆ। ਜੇ ਲਾਈਟ ਘੱਟ ਆ, ਦਿੱਲੀ ਤੱਕ ਨੂੰ ਇਹ ਲਾਈਟ ਵੇਚਦੇ ਨੇ। ਉਰੇ 10 ਰੁਪਏ ਯੂਨਿਟ, ਉੱਥੇ 2.5 ਰੁਪਏ ਯੂਨਿਟ ਮੁੱਲ ਲੈ ਕੇ ਵੀ ਇੱਥੋਂ ਜਿੱਥੇ ਬਣਦੀ ਆ ਬਿਜਲੀ, ਇੱਥੇ ਬਿਜਲੀ ਦਿੱਤੀ ਨਹੀਂ ਜਾਂਦੀ। ਆ 2-2.5 ਮਹੀਨੇ ਇਹ ਦੇਖੋ ਵੀ 100 ਰੁਪਏ ਨੂੰ ਡੀਜ਼ਲ ਜੱਟ ਕਿੱਥੋਂ ਫੂਕੂ? ਕਿਸ ਹਿਸਾਬ ਨਾਲ ਇਹਨਾਂ ਤਾਣਾ ਬਣਾ ਲਜਾਇਆ ਹੋਇਆ। ਆਮ ਬੰਦੇ ਦੇ ਤਾਂ ਇਹ ਸਮਝ ਹੀ ਨਹੀਂ ਪੈ ਸਕਦਾ ਵੀ ਇੱਕ ਮੁੱਦਾ ਹੁੰਦਾ, ਕਿਹਦੀ ਲੜਾਈ ਹੋਊਗੀ? ਮਹਿੰਗਾਈ ਦੇ ਉਲਟ ਲੜਾਂਗੇ, ਡੀਜ਼ਲ ਦੇ ਉਲਟ ਲੜਾਂਗੇ, ਜ਼ਮੀਨਾਂ ਬਚਾਵਾਂਗੇ, ਜਿਹੜੇ ਹਾਈਵੇ ਕੱਢਦੇ ਨੇ ਉਹ ਰੋਕਾਂਗੇ। ਵੀ ਇਹ ਕਰਨਗੇ ਕੀ ਕਰਨਗੇ? ਇੱਕ ਪਾਸੇ ਮੂੰਹ ਘਮਾਉਣਗੇ, ਦੂਏ ਪਾਸੇ ਨੂੰ ਇਹ ਵਾਰ ਕਰਨ ਲਈ ਤਿਆਰ ਰਹਿੰਦੇ ਨੇ। ਸਰ ਕਿੰਨਾ ਕੁ ਟਾਈਮ ਜੀ ਜਿਹੜੇ ਆ ਆਮ ਲੋਕ ਨੇ ਸਰਕਾਰਾਂ ਦਾ ਜ਼ੁਲਮ ਸਹਿੰਦੇ ਰਹਿਣਗੇ? ਇਹ ਲੋਕਾਂ ਦੀ ਮਾਨਸਿਕ ਸਥਿਤੀ ਬਣੀ ਹੋਈ ਆ। ਜ਼ਿਆਦਾਤਰ ਕਹਿ ਦਿੰਦੇ ਨੇ ਜਦ ਵੀ ਇਕੱਠੇ ਨਹੀਂ ਹੁੰਦੇ ਜਾਂ ਜਦ ਇਹ ਵੋਟਾਂ ਦੇ ਮੌਕੇ ਆਉਂਦੇ ਨੇ, ਇਹਨਾਂ ਦੇ ਸਰੋਪੇ ਪਾਉਣ ਲਈ ਜੋ ਇਹਨਾਂ ਦੇ ਪੁਰਾਣੇ ਨੇ ਕੰਮ ਕੁਛ ਨਹੀਂ ਲੈਣਾ ਹੁੰਦਾ। ਆਪੇ ਨਸ਼ਾ ਵੇਚਣ ਵਾਲੇ, ਆਪੇ ਬਕਾਉਣ ਵਾਲੇ, ਆਪੇ ਫੜਾਉਣ ਵਾਲੇ, ਆਪੇ ਛਡਾਉਣ ਵਾਲੇ। ਸਰ ਆਪਣੇ ਲੋਕ ਵੀ 2000 ਪਿੱਛੇ ਵਿਕ ਜਾਂਦੇ ਨੇ ਵੀ। ਹੁਣ ਲੋਕਾਂ ਦੀ ਭਾਈ ਤੁਸੀਂ 2000 ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਨੇ ਰੋਟੀ ਦੇ ਪਿੱਛੇ ਹੋਇਆ ਕਰਨਾ ਵੀ ਉਹਨਾਂ ਨੇ ਰੋਟੀ ਖਵਾਤੀ ਸੀ ਭਾਈ, ਰੋਟੀ ਦੀ ਲੜਾਈ ਹੋਇਆ ਕਰਨੀ ਆ। ਰੋਟੀ ਪਿੱਛੇ ਲੜਦੇ ਅੱਗੇ ਜੇ ਲੜਾਈ ਹੋਇਆ ਕਰੂਗੀ। ਚੋਰੀ ਕੀ ਹੋ ਗਿਆ? ਉਹ ਫਲਾਣੇ ਨੇ ਕਣਕ ਵੱਢ ਲਈ, ਫਲਾਣੇ ਦੇ ਢੋਲ 'ਚੋਂ ਆਟਾ ਚੱਕਿਆ ਗਿਆ। ਚੋਰੀ ਆਟਾ ਹੋਇਆ ਕਰੂਗਾ। ਜੇ ਹਜੇ ਵੀ ਨਾ ਸੰਭਲੇ ਤਾਂ ਇਹ ਇਹਨਾਂ ਦਾ ਕਿੰਨੇ ਬੇਵਸ ਹੋਣਗੇ। ਕੀ ਹਾਲਾਤ ਨੇ? ਲਾਈਟ ਉਧਰ ਜਿਹੜਾ ਕੱਦੂ ਹੋਇਆ ਉਹਦਾ ਪਾਣੀ ਪੂਰਾ ਨਹੀਂ ਹੁੰਦਾ, ਅੱਗੇ ਕੀਤਾ ਨਹੀਂ ਜਾ ਸਕਦਾ। 100 ਰੁਪਏ ਨੂੰ ਡੀਜ਼ਲ ਆ, ਠੀਕ ਬਣੂ ਤਾਂ ਬਣੂ ਕੀ? ਮਾੜੇ ਹਾਲਾਤ ਕਰਤੇ ਇਹਨਾਂ ਸਰਕਾਰਾਂ ਨੇ। ਉਹਦੇ ਅਸੀਂ ਵਿਰੋਧ ਦੇ ਵਿੱਚ, ਸਾਨੂੰ ਕੋਈ ਕਾਹਲੀ ਨਹੀਂ ਹੈ। ਅਸੀਂ ਸ਼ਾਂਤਮਈ ਆਰਾਮ ਨਾਲ ਬੈਠੇ ਹਾਂ। ਇੱਕ ਸਵਾਲ ਸੀ ਵੀ ਕਿੰਨਾ ਟਾਈਮ ਇਹਨਾਂ ਦਾ, ਜਦ ਵੀ ਚਾਹੇ ਘੰਟਾ ਲੱਗੇ 2 ਘੰਟੇ ਲੱਗੇ, ਉਹਨਾਂ ਚਿਰ ਵੇਟ ਕਰਾਂਗੇ, ਫਿਰ ਜਾ ਕੇ ਮੰਗ ਪੱਤਰ। ਨਹੀਂ ਉਹਨਾਂ ਨੂੰ ਰਿਕੁਐਸਟ ਕਰਦੇ ਹਾਂ, ਮੰਗ ਪੱਤਰ ਆ ਵੀ ਤੁਸੀਂ ਉਰੇ ਆ ਕੇ ਫੜ ਲਓ ਮੰਗ ਪੱਤਰ। ਜੇ ਉਹ ਲੈ ਲੈਂਦੇ ਨੇ ਤਾਂ ਕੰਮ ਖਤਮ ਹੋ ਜਾਂਦਾ। ਬਾਕੀ ਦੇਖਦੇ ਹਾਂ, ਜਿੱਥੇ ਬਾਕੀ ਨੇ ਅਸੀਂ ਵੀ ਉਹਨਾਂ ਦੇ ਨਾਲ ਹਾਂ, ਸਾਰੀ ਦੁਨੀਆ ਦੇ। ਸਰ ਆਪਣਾ ਅਗਲਾ ਰੂਟ ਕੀ ਹੈ ਜੀ ਆਲਮਗੀਰ ਤੋਂ ਅੱਗੇ? ਆਲਮਗੀਰ ਤੋਂ ਅੱਗੇ ਗਿੱਲਾਂ ਹੋ ਕੇ ਅਸੀਂ ਲੁਧਿਆਣਾ DC ਦਫ਼ਤਰ ਜਾ ਕੇ ਮੰਗ ਪੱਤਰ ਦੇਣਾ, ਤੇ ਉੱਥੇ ਉਸ ਤੋਂ ਬਾਅਦ ਫਿਰ ਅਸੀਂ ਤੈਅ ਕਰਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਨਵਾਂ ਕੋਈ ਪ੍ਰੋਗਰਾਮ। 1 ਜੁਲਾਈ ਤੱਕ ਸਰਕਾਰ ਨੂੰ ਅਸੀਂ ਅਲਟੀਮੇਟਮ ਦਿੱਤਾ ਵੀ 1 ਜੁਲਾਈ ਤੱਕ ਪੰਥ ਦੋਖੀਆਂ ਨੂੰ ਫੜ ਕੇ ਜੇਲੀ ਡੱਕੇ, ਉਹਨਾਂ ਦੇ ਨਾਂ ਨਸ਼ਰ ਕਰੇ। ਜਿਹੜੀ ਸਿੱਟ ਦੀ ਰਿਪੋਰਟ ਹੈ ਉਹ ਜਨਤਕ ਕਰੇ। ਉਸ ਤੋਂ ਬਾਅਦ ਜੇ 1 ਜੁਲਾਈ ਤੱਕ ਸਰਕਾਰ ਕੋਈ ਕੰਮ ਨਹੀਂ ਕਰਦੀ, ਦੋਸ਼ੀਆਂ ਦੇ ਖਿਲਾਫ ਕੋਈ ਕਾਰਵਾਈ ਅਮਲ 'ਚ ਨਹੀਂ ਲਿਆਉਂਦੀ, ਤਾਂ ਇਨਸਾਫ ਪਸੰਦ ਜਥੇਬੰਦੀਆਂ ਮਿਲ ਕੇ ਇੱਕ ਵੱਡਾ ਸੰਘਰਸ਼ ਵਿੱਢਾਂਗੇ, ਜਿਸ ਤੋਂ ਨਿਕਲਣ ਵਾਲੇ ਜਿਹੜੇ ਗੰਭੀਰ ਨਤੀਜੇ ਨੇ ਉਹਨਾਂ ਦੀ ਜ਼ਿੰਮੇਵਾਰ ਸਰਕਾਰ ਤੇ ਪ੍ਰਸ਼ਾਸਨ ਹੋਊਗਾ। ਸਾਡੇ ਨਾਲ ਲੇਡੀਜ਼ ਵੀ ਮੌਜੂਦ ਨੇ ਜੋ ਕਿ ਇਸ ਇਨਸਾਫ ਮਾਰਚ ਦੇ ਵਿੱਚ ਸ਼ਾਮਲ ਨੇ, ਉਹਨਾਂ ਨਾਲ ਗੱਲਬਾਤ ਕਰਦੇ ਆ। ਮੈਮ ਕੀ ਨਾਮ ਹੈ ਜੀ ਆਪਣਾ? ਮੇਰਾ ਨਾਮ ਜੀ ਉਰਵਿੰਦਰ ਕੌਰ ਗਰੇਵਾਲ। ਮੈਮ ਤੁਸੀਂ ਇਸ ਇਨਸਾਫ ਮੋਰਚੇ ਦੇ ਵਿੱਚ ਸ਼ਾਮਲ ਹੋ ਜੀ, ਕੀ ਕਹੋਗੇ? ਅਸੀਂ ਦੇਖੋ, ਜਿਹੜਾ ਬੰਦਾ ਗੁਰੂ ਨੂੰ ਮੰਨਦਾ, ਜਿਹਦਾ ਗੁਰੂ ਗ੍ਰੰਥ ਸਾਹਿਬ ਗੁਰੂ ਆ, ਉਹਨੂੰ ਇਨਸਾਫ ਮੋਰਚੇ ਦੇ ਵਿੱਚ ਅਸੀਂ ਆਪਣੇ ਗੁਰੂ ਲਈ ਆਏ ਹੋਏ ਹੈਗੇ ਆ, ਤੇ ਗੁਰੂ ਲਈ ਆਉਂਦੇ ਰਹਾਂਗੇ, ਠੀਕ ਹੈ ਨਾ। ਤੇ ਅੱਜ ਜਿਵੇਂ ਸਾਡਾ ਮਾਰਚ ਸੀਗਾ ਇੱਥੇ, ਬਟ ਸਾਨੂੰ ਸਵੇਰੇ ਇਹਨਾਂ ਨੇ ਰੂਟ ਗਲਤ ਤੱਕ 2 ਮੀਟਰ ਦਾ 100 ਮੀਟਰ ਦਾ ਹੀ ਫਾਸਲਾ ਹੋਣਾ। ਜਦੋਂ ਅਸੀਂ ਇੱਥੇ ਪਹੁੰਚੇ ਹਾਂ ਤਾਂ ਕਿਸਾਨ ਜਥੇਬੰਦੀਆਂ ਨੇ, ਠੀਕ ਹੈ, ਉਹਨਾਂ ਨੇ ਵੀ ਲੱਗਿਆ ਹੋਇਆ ਧਰਨਾ ਕਿ ਲਾਈਟ ਨਹੀਂ ਆ ਰਹੀ ਆ ਨਹੀਂ ਆ ਰਿਹਾ। ਇਹ ਸਰਕਾਰ ਦੀ ਨੀਤੀ ਹੈਗੀ ਆ ਕਿ ਲੋਕ ਆਪਸ ਵਿੱਚ ਲੜ ਕੇ ਮਰ ਜਾਣ ਤੇ ਸਰਕਾਰ ਆ ਬਣੀ ਦੀ। ਅਸੀਂ ਤੁਹਾਡੇ ਮਾਧਿਅਮ ਰਾਹੀਂ ਪਲੀਜ਼ ਸਰਕਾਰ ਨੂੰ, ਸਰਕਾਰ ਦੀਆਂ ਏਜੰਸੀਆਂ ਨੂੰ ਬੇਨਤੀ ਕਰਦੇ ਹਾਂ, ਇਸ ਤਰ੍ਹਾਂ ਦੀ ਟਕਰਾਅ ਦੀ ਸਥਿਤੀ ਨਾ ਲੈ ਕੇ ਆਓ। ਹੁਣ ਮੈਮੋਰੈਂਡਮ ਦੇਣਾ ਹੈਗਾ, DC ਸਾਹਿਬ ਇੱਥੇ ਆ ਜਾਣ ਜਾਂ ਕੁਛ ਹੋਰ ਆ ਜਾਣ, ਜਾਂ ਉਹਨਾਂ ਦਾ SDO ਆ ਕੇ ਉਹ ਬਿਜਲੀ ਆ ਨਹੀਂ ਰਹੀ, ਬਿਜਲੀ ਦਾ ਧਰਨਾ। ਆਮ ਲੋਕ ਵੀ ਪਰੇਸ਼ਾਨ ਹੋ ਰਹੇ ਨੇ। ਜਦੋਂ ਅਸੀਂ ਧਰਨ ਪਹਿਲਾਂ ਹੀ ਲਾਇਆ ਹੋਇਆ ਸੀ, ਇਹ ਰੂਟ ਸੀਗਾ, ਤੇ ਸਰਕਾਰ ਨੂੰ ਚਾਹੀਦਾ ਸੀਗਾ ਵੀ ਇਹ ਰੂਟ ਦੱਸਦੇ ਜਾਂ ਉਹਨਾਂ ਨੂੰ ਚੇਂਜ ਕਰ ਦਿੰਦੇ। ਮੈਮ ਕੀ ਲੱਗਦਾ ਵੀ ਕੋਈ ਸਾਜ਼ਿਸ਼ ਚਲਾ ਰਹੀ ਹੈ ਜੀ? ਸਰਕਾਰਾਂ ਸਿਰਫ ਇਹ ਕਰਦੀਆਂ ਨੇ ਕਿਉਂਕਿ ਸਰਕਾਰਾਂ ਨਿਕੰਮੀਆਂ ਨੇ, ਸਰਕਾਰਾਂ ਕਾਮਯਾਬ ਨਹੀਂ ਹੋ ਸਕੀਆਂ।
ਕਿਉਂਕਿ ਲੋਕ ਚਕੰਨੇ ਹੋ ਗਏ ਨੇ, ਉਹ ਚਾਹੁੰਦੇ ਨੇ ਵੀ ਲੋਕਾਂ ਨੂੰ ਹੁਣ ਜਿਹੜੀ ਅਸਲੀਅਤ ਆ ਉਹ ਸਰਕਾਰਾਂ ਦੀ ਨਾ ਪਤਾ ਚੱਲੇ, ਆਪਸ ਵਿੱਚ ਲੜ ਜਾਣ ਨਿੱਕੇ ਨਿੱਕੇ ਮੁੱਦਿਆਂ ਤੇ। ਸਾਡੇ ਨਾਲ ਜੂਥ ਵੀ ਮੌਜੂਦ ਹੈ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਲਵਪ੍ਰੀਤ ਜੀ, ਕੀ ਕਹੋਗੇ ਸਰਕਾਰਾਂ ਦੇ ਕੀ ਸਰਕਾਰਾਂ ਹੀ ਚੱਲ ਲੱਗਦੀ ਹੈ ਤੁਹਾਨੂੰ? ਦੇਖੋ, ਅਸੀਂ ਆਲਮਗੀਰ ਸਾਹਿਬ ਰਾਤ ਕੱਟੀ ਹੈ, ਦਰਾਹੇ ਤੋਂ ਚੱਲ ਕੇ ਕੱਲ ਆਲਮਗੀਰ ਸਾਹਿਬ ਅਸੀਂ ਰਾਤ ਕੱਟੀ ਆ, ਤੇ 23 ਤਰੀਕ ਦਾ ਜਿਹੜਾ ਸਾਡਾ ਰੂਟ ਸੀਗਾ, ਜਦ ਕਿ ਅਸੀਂ 21 ਤਰੀਕ ਤੋਂ ਪਹਿਲਾਂ 20 ਨੂੰ ਅਸੀਂ ਪ੍ਰੈਸ ਕਾਨਫਰੰਸ ਕੀਤੀ ਸੀਗੀ ਜਿਹੜੀ ਖੰਨੇ, ਉਹਦੇ ਵਿੱਚ ਅਸੀਂ ਲੁਧਿਆਣੇ ਤੱਕ ਦਾ ਜਿਹੜਾ ਪੂਰਾ ਰੂਟ ਆ, ਜਿਹੜਾ ਰੂਟ ਮੈਪ ਆ, ਉਹ ਅਸੀਂ ਪ੍ਰਸ਼ਾਸਨ ਨੂੰ ਸੌਂਪ ਦਿੱਤਾ ਸੀਗਾ। ਤੇ ਲੇਕਿਨ ਇਹਨਾਂ ਨੂੰ ਇਹ ਲੱਗਦਾ ਸੀਗਾ ਕਿ ਦਿੱਲੀ ਕਿਸਾਨ ਮੋਰਚਾ ਚੱਲ ਰਿਹਾ ਹੈਗਾ ਆ, ਤੇ ਅਸੀਂ ਲੋਕਲ ਇੱਕ ਇੱਥੇ ਬਿਜਲੀ ਦਾ ਇਸ਼ੂ ਖੜਾ ਕਰਕੇ, ਇਹ ਬਹੁਤ ਵੱਡੀ ਗੰਭੀਰ ਸਮੱਸਿਆ ਹੈਗੀ ਬਿਜਲੀ ਦੀ, 8-8 ਘੰਟਿਆਂ ਦੀ ਬਜਾਏ ਜਿਹੜੇ 4-4 ਘੰਟਿਆਂ ਦੀ ਬਿਜਲੀ ਜਿਹੜੀ ਕਿਸਾਨਾਂ ਨੂੰ ਦਿੱਤੀ ਜਾ ਰਹੀ ਆ, ਵੀ ਅਸੀਂ ਜਿਹੜਾ ਰੂਟ ਮੈਪ ਦਿੱਤਾ ਜਾ ਰਿਹਾ ਸੀਗਾ ਸਾਡੇ ਵੱਲੋਂ, ਤੇ ਇਸੇ ਰੂਟ ਦੇ ਉੱਤੇ ਜਿਹੜਾ ਹੈਗਾ ਇੱਕ ਜਿਹੜਾ ਧਰਨਾ ਆ ਕਿਸਾਨਾਂ ਵੱਲੋਂ ਜਿਹੜਾ ਹੈਗਾ ਲਗਾਇਆ ਗਿਆ, ਜਦ ਕਿ ਇਹਨਾਂ ਨੂੰ ਚਾਹੀਦਾ ਸੀ 100 ਮੀਟਰ ਦਾ ਹੀ ਫਾਸਲਾ ਆ ਜਿੱਥੋਂ ਅਸੀਂ ਆਲਮਗੀਰ ਤੋਂ ਅਸੀਂ ਤੁਰੇ ਹਾਂ, ਤੇ ਜੇਕਰ ਇਹਨਾਂ ਨੂੰ ਪਹਿਲਾਂ 80 ਬੰਦੇ ਘੱਟੋ ਘੱਟ 2 ਬੱਸਾਂ 2 ਗੱਡੀਆਂ ਹੋਰ ਇਸ ਤੋਂ ਇਲਾਵਾ ਜਿਹੜੇ ਹੋਰ ਵੀ ਜਿਹੜਾ ਪ੍ਰਸ਼ਾਸਨ ਜਿਹੜਾ ਹੈਗਾ ਆ ਸਾਡੇ ਨਾਲ ਚੱਲ ਰਿਹਾ ਹੈਗਾ ਆ, ਤੇ ਇਹਨਾਂ ਨੂੰ ਪ੍ਰੋਪਰ ਰੂਟ ਦਾ ਪਤਾ ਆ, ਲੇਕਿਨ ਫਿਰ ਵੀ ਜਿਹੜਾ ਹੈਗਾ ਸਾਨੂੰ ਜਿਹੜਾ ਕਿਸਾਨਾਂ ਦੇ ਨਾਲ ਟਕਰਾਅ ਦੇ ਲਈ ਵੀ ਜਿਹੜਾ ਇਹ ਆਪਸ ਦੇ ਵਿੱਚ ਲੜ ਕੇ ਮਰ ਜਾਣ ਕਿਸਾਨ, ਤੇ ਜਿਹੜਾ ਸਿੱਖਾਂ ਜਿਹੜੇ ਇਨਸਾਫ ਪਸੰਦ ਜਥੇਬੰਦੀਆਂ ਵੱਲੋਂ ਜਿਹੜਾ ਇਹ ਮਾਰਚ ਕੀਤਾ ਗਿਆ ਵੀ ਇਹ ਦੋਹੇ ਜਦੋਂ ਆਪਸ ਵਿੱਚ ਟਕਰਾਅ ਦੇ ਵਿੱਚ ਪੈਣਗੇ, ਅਸੀਂ ਇਹਨਾਂ ਤੇ ਲਾਠੀ ਚਾਰਜ ਕਰੀਏ, ਅਸੀਂ ਇਹਨਾਂ ਤੇ ਪਰਚੇ ਦਰਜ ਕਰੀਏ, ਤੇ ਇਸ ਤਰੀਕੇ ਦੇ ਰਾਹੀਂ ਸਾਨੂੰ ਇਹ ਜਿਹੜਾ ਮਰਵਾਉਣਾ ਚਾਹੁੰਦੇ ਸੀ ਕਿਸਾਨਾਂ ਤੇ ਸਿੱਖਾਂ ਨੂੰ, ਤੇ ਅਸੀਂ ਜਿਹੜਾ ਉਸ ਟਕਰਾਅ ਦੇ ਵਿੱਚ ਨਹੀਂ ਸੀ ਪੈਣਾ ਚਾਹੁੰਦੇ। ਅਸੀਂ ਜਿਹੜਾ ਹੈਗਾ ਅਲੱਗ ਸ਼ਾਂਤਮਈ ਢੰਗ ਦੇ ਨਾਲ ਇੱਥੇ ਜਿਹੜਾ ਦਰੀਆਂ ਵਿਛਾ ਲਈਆਂ ਨੇ ਵੀ ਜਦ ਤੱਕ ਕਿਸਾਨਾਂ ਦਾ ਜਿਹੜਾ ਧਰਨਾ ਹੈਗਾ, ਜਦ ਤੱਕ ਉਹਨਾਂ ਦੀ ਜਿਹੜੀ ਮੰਗ ਨਹੀਂ ਮੰਨੀ ਜਾਂਦੀ ਹੈਗੀ, ਉਦੋਂ ਤੱਕ ਅਸੀਂ ਇੱਥੇ ਸ਼ਾਂਤਮਈ ਬੈਠੇ ਹਾਂ, ਅਸੀਂ ਉਹਨਾਂ ਦੇ ਨਾਲ ਹਾਂ, ਅਸੀਂ ਉਹਨਾਂ ਦਾ ਸਮਰਥਨ ਕਰਦੇ ਹਾਂ। ਨਾਲ ਹੀ ਜਿਹੜੀ ਸਾਡੀ ਮੰਗ ਆ, ਤੇ ਡੀਸੀ ਸਾਹਿਬ ਨੂੰ ਇੱਕ ਬੇਨਤੀ ਹੈ ਕਿ ਭਾਈ ਜੇਕਰ ਤੁਸੀਂ ਚਾਹੇ ਸਾਡਾ ਮੈਮੋਰੈਂਡਮ ਜਿਹੜਾ ਹੈਗਾ ਇੱਥੇ ਆ ਕੇ ਫੜ ਕੇ ਲੈ ਜਾਓ, ਜਦ ਤੱਕ ਅਸੀਂ ਇੱਥੇ ਬੈਠੇ ਹਾਂ, ਜੇ ਕਿਸਾਨ ਇੱਥੇ ਜਦ ਤੱਕ ਬੈਠਣਗੇ ਉਦੋਂ ਤੱਕ ਅਸੀਂ ਇੱਥੇ ਬੈਠੇ ਹਾਂ, ਜੇ ਸਾਨੂੰ ਇਹ ਇੱਥੋਂ ਕੋਈ ਰੂਟ ਦੇਣਗੇ ਤਾਂ ਅਸੀਂ ਅੱਗੇ ਚੱਲਾਂਗੇ, ਨਹੀਂ ਅਸੀਂ ਇੱਥੇ ਹੀ ਬੈਠੇ ਹਾਂ। ਕੋਈ ਸੁਣਵਾਈ ਕਰਨ ਆਇਆ ਜੀ? ਨਹੀਂ, ਪ੍ਰਸ਼ਾਸਨ ਜਿਹੜਾ ਹੈਗਾ, ਪ੍ਰਸ਼ਾਸਨ ਵੀ ਸੁੱਤਾ ਪਿਆ। ਦੋ ਬੱਸਾਂ ਘੱਟੋ ਘੱਟ ਨਹੀਂ ਤਾਂ 80 ਬੰਦੇ ਤੇ 2 ਜੀਪਾਂ ਨਾਲ ਨੇ, ਇਹਨਾਂ ਨੂੰ 100 ਮੀਟਰ ਦਾ ਨਹੀਂ ਪਤਾ ਲੱਗਿਆ ਹੈਗਾ ਵੀ 100 ਮੀਟਰ ਤੇ ਅੱਗੇ ਪਰ ਧਰਨਾ ਲੱਗਿਆ ਹੋਇਆ ਵਾ, ਕੋਈ ਹੋਰ ਰੂਟ ਨਹੀਂ ਸੀ ਦੇ ਸਕਦੇ, ਇਹ ਕੋਈ ਹੋਰ ਤਾਂ ਵੀ ਰੂਟ ਹੋ ਸਕਦਾ ਸੀਗਾ, ਤੇ ਉੱਥੇ ਚਾਹਾਂ ਪੀ ਲੀਆਂ ਜੀ, ਉੱਥੇ ਵੜ ਗਏ ਜੀ, ਇਹ ਕੋਈ ਗੱਲਾਂ ਥੋੜੀ ਨਾ ਹੋਈਆਂ। ਮਤਲਬ ਸਰ ਪ੍ਰਸ਼ਾਸਨ ਇਹਨਾਂ ਦੇ ਧੱਕੇ ਤੁਹਾਡੇ ਨਾਲ ਕਰ ਰਿਹਾ ਜੀ? ਨਹੀਂ, ਕਰਨਾ ਚਾਹੁੰਦਾ ਸੀ ਵੀ ਇਹ ਆਪਸ ਦੇ ਵਿੱਚ ਦੋਹੇ ਜਣੇ ਟਕਰਾਅ ਦੇ ਵਿੱਚ ਪੈ ਜਾਣ ਤੇ ਅਸੀਂ ਲਾਠੀ ਚਾਰਜ ਕਰੀਏ, ਇਹਨਾਂ ਤੇ FIR ਕਰੀਏ। ਤੁਸੀਂ ਖੁਦ ਦੇਖ ਸਕਦੇ ਹੋ, ਇੱਕ ਆ ਖੜੀ ਆ ਵੈਨ, ਇੱਕ ਪਿੱਛੇ ਖੜੀ ਆ, 2 ਗੱਡੀਆਂ ਖੜੀਆਂ ਨੇ, ਇੱਥੇ ਪ੍ਰਸ਼ਾਸਨ ਖੜਿਆ ਹੈਗਾ ਆ। ਇਹ ਤਾਂ ਸਾਨੂੰ ਆਪਸ ਵਿੱਚ ਟਕਰਾ ਕੇ ਮਰਾਉਣਾ ਚਾਹੁੰਦੇ ਨੇ, ਤੇ ਇਹਨਾਂ ਤੇ ਸਾਡੇ ਤੇ FIR ਕਰਨਾ ਚਾਹੁੰਦੇ ਨੇ। ਇਨਸਾਫ ਮੋਰਚਾ ਸਫਲ ਰਹੂਗਾ? ਬਿਲਕੁਲ ਜੀ, ਇਨਸਾਫ ਮੋਰਚਾ ਜਿਹੜਾ ਹੈਗਾ ਇਹ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਚੱਲ ਰਿਹਾ ਆ, ਔਰ ਜਿਹੜਾ ਸੱਚੇ ਪਾਤਸ਼ਾਹ ਨੇ ਸਾਡੇ ਤੇ ਹੱਥ ਰੱਖਿਆ ਵਾ, ਤੇ ਉਹਨਾਂ ਨੇ ਸਾਨੂੰ ਅਸ਼ੀਰਵਾਦ ਦਿੱਤਾ ਆ, ਤੇ ਇਸ ਕਰਕੇ ਜਿਹੜਾ ਇਹ ਮੋਰਚਾ ਆ ਇਹ ਖੰਨਾ ਤੋਂ ਜਿਹੜਾ ਗੁਰਦੁਆਰਾ ਸੁਖਸਾਗਰ ਸਾਹਿਬ ਆ ਉੱਥੋਂ ਸਟਾਰਟ ਹੋਇਆ ਵਾ, ਤੇ ਇਹ ਆਖਰੀ ਪੜਾਅ ਲੁਧਿਆਣਾ ਜਿੱਥੇ ਸਮਾਪਤ ਹੋਣਾ ਹੈ ਉੱਥੇ ਸਮਾਪਤ ਹੋਊਗਾ। ਤੇ ਕੋਈ ਵੀ ਜਿਹੜੀ ਅੜਚਣ ਆਉਂਦੀ ਆ ਉਹ ਅਸੀਂ ਆਪਣੇ ਪਿੰਡੇ ਤੇ ਹਟਾਵਾਂਗੇ, ਕੋਈ ਇਦਾਂ ਦੀ ਦਿੱਕਤ ਨਹੀਂ। ਮੇਰਾ ਨਾਮ ਕਰਨੈਲ ਸਿੰਘ ਇਕਲਾ। ਕੀ ਲੱਗਦਾ ਤੁਹਾਨੂੰ ਜੀ ਇਸ ਤੋਂ ਬਾਅਦ ਤੁਹਾਡੀ ਜੋ ਅਗਲੀ ਰਣਨੀਤੀ ਕੀ ਹੋਏਗੀ ਸਰਕਾਰ ਤੱਕ ਮੰਗ ਪਹੁੰਚਾਉਣ ਦੀ? ਇਹ ਜਿਹੜੀ ਸਾਡੀ ਪਹਿਲਾ ਹੈਗਾ ਇਨਸਾਫ ਮਾਰਚ, ਇਹ ਪਹਿਲਾ ਪੜਾਅ ਹੈ। ਅਗਲੇ ਪੜਾਅ ਲਈ ਅਸੀਂ ਨਵੀਆਂ ਤਰੀਕਾਂ ਦਾ ਐਲਾਨ ਕਰਾਂਗੇ। ਇਹ ਪੜਾਅ ਦਰ ਪੜਾਅ ਜਾਰੀ ਰਹੂਗਾ, ਕਿਉਂਕਿ ਜਦੋਂ ਸਰਕਾਰਾਂ ਤੋਂ ਪ੍ਰਸ਼ਾਸਨ ਤੋਂ ਉਮੀਦ ਮੁੱਕ ਜੇ ਕਿ ਉਹ ਇਨਸਾਫ ਦੇਣਗੀਆਂ ਤਾਂ ਜਨਤਾ ਦੀ ਕਚਹਿਰੀ 'ਚ ਜਾਇਆ ਕਰਦਾ ਹੈ। ਜਦੋਂ ਜਨਤਾ ਦੀ ਕਚਹਿਰੀ ਦੇ ਵਿੱਚ ਜਾ ਕੇ ਇਨਸਾਫ ਦੀ ਗੱਲ ਕਰਾਂਗੇ ਤਾਂ ਜਨਤਾ ਬਾਦਲ ਕਿਆਂ ਤੇ ਕੈਪਟਨ ਦਾ, ਮੌਜੂਦਾ ਸਰਕਾਰ ਤੇ ਪਿਛਲੀ ਸਰਕਾਰ ਦਾ ਹਿਸਾਬ ਕਿਤਾਬ ਕਰਕੇ ਇਹਨਾਂ ਨੂੰ ਬਣਦੀਆਂ ਸਜ਼ਾਵਾਂ 2 ਦਰਗਾਹ ਤੋਂ ਮਿਲਣੀਆਂ ਨੇ, ਅਕਾਲ ਪੁਰਖ ਤੋਂ, ਤੇ ਮੌਜੂਦਾ ਜਿਹੜੀ ਸਾਡੀ ਜਨਤਾ ਹੈ ਉਹ ਇਹਨਾਂ ਨੂੰ ਸਜ਼ਾ ਦੇਊਗੀ। ਜਿਹੜੇ ਰਾਜ ਭਾਗ ਉਸ ਅਕਾਲ ਪੁਰਖ ਵਾਹਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ, ਉਹਨਾਂ ਦੀ ਤਾਬਿਆ ਕਰਕੇ, ਉਹਨਾਂ ਦੇ ਆਸ਼ੀਰਵਾਦ ਕਰਕੇ, ਇਹਨਾਂ ਦੇ ਦਰਾਂ ਤੇ ਜਿਹੜੇ ਰਾਜ ਭਾਗ ਆਏ, ਇਹਨਾਂ ਦੇ ਹਾਥੀ ਝੂਲਦੇ ਰਹੇ, ਨਿਸ਼ਾਨ ਝੂਲਦੇ ਸਨ, ਉਹ ਸਮਾਪਤੀ ਦੇ ਕੰਢੇ ਨੇ। ਇਹਨਾਂ ਦੀਆਂ ਜਿਹੜੀਆਂ ਮੜੀਆਂ ਨੇ
ਇਹਨਾਂ ਦੀਆਂ ਮੜੀਆਂ ਤੇ ਕੋਈ ਦੀਵਾ ਬਾਲਣ ਵਾਲਾ ਨਹੀਂ ਲੱਭਣਾ। ਰਾਜ ਭਾਗ ਇਹਨਾਂ ਦੇ ਸਮਾਪਤ ਹੋਣ ਵਾਲੇ ਨੇ। ਸੋ ਅਸੀਂ ਤੁਹਾਡੇ ਮਾਧਿਅਮ ਰਾਹੀਂ ਬੇਨਤੀ ਕਰਦੇ ਹਾਂ ਕਿ ਸਰਕਾਰ ਰਹਿੰਦੇ ਸਮੇਂ ਵਿਚਾਰੇ ਰਾਜਨੀਤਿਕ ਪਾਰਟੀਆਂ ਨੇ ਜੋ ਉਹ ਅੱਜ ਵੀ ਕਹਿੰਦੀਆਂ ਨੇ ਕਿ ਗੁਟਕਾ ਸਾਹਿਬ ਹੱਥ 'ਚ ਫੜ ਕੇ ਕੈਪਟਨ ਸਰਕਾਰ ਨੇ ਜੋ ਮੰਗਾਂ ਨੂੰ ਕਿਹਾ ਸੀ ਕਿ ਮੈਂ ਇਸ ਚੀਜ਼ਾਂ ਪੂਰੀਆਂ ਕਰਾਂਗਾ, ਲੇਕਿਨ ਨਹੀਂ ਖਰੇ ਉਤਰੇ, ਉਹਨੂੰ ਕਿਵੇਂ ਦੇਖਦੇ ਹੋ? ਕੈਪਟਨ ਸਾਹਿਬ ਨੇ ਗੁਟਕਾ ਸਾਹਿਬ ਦੀ ਸਹੁੰ ਖਾਧੀ ਕਿ ਮੈਂ 7 ਦਿਨ ਦੇ ਅੰਦਰ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਫੜ ਕੇ ਜੇਲ੍ਹ 'ਚ ਡੱਕੂਗਾ, ਪਰ ਉਹ ਨਿਰਾ ਡਰਾਮਾ ਸੀ। ਉਹ ਵੋਟ ਬਟੋਰੂ ਸੌਦਾ ਸਾਬਤ ਹੋਇਆ। ਅਸੀਂ ਇਹ ਉਸ ਚੀਜ਼ ਨੂੰ ਦੇਖਦੇ ਹਾਂ ਕਿ ਸਰਕਾਰ ਹੁਣ ਆਉਣ ਵਾਲੀਆਂ ਇਲੈਕਸ਼ਨਾਂ ਨੂੰ ਦੇਖਦੇ ਹਾਂ, ਪਿਛਲੀ ਸਿੱਟ ਨੂੰ ਖਾਰਜ ਕਰਾ ਕੇ ਨਵੀਂ ਸਿੱਟ ਬਣਾ ਕੇ ਸਾਡੇ ਪੰਜਾਬ ਦੇ ਲੋਕਾਂ ਦੇ ਅੱਖੀ ਕੱਟਾ ਪਾਉਣ ਦਾ ਕੰਮ ਕਰ ਰਹੀ ਹੈ। ਉਹ ਜਿਹੜੀ ਪੁਰਾਣੀ ਸਿੱਟ ਸੀ ਉਹਦੀ ਜਿਹੜੀ ਕੀਤੀ ਰਿਪੋਰਟ ਹੈ ਉਹ ਇੰਗਲਿਸ਼ 'ਚ ਸੀ, ਇਹਨਾਂ ਨੇ ਉਹਦਾ ਤਰਜਮਾ ਪੰਜਾਬੀ ਦੇ ਵਿੱਚ ਕੀਤਾ ਜਾ ਰਿਹਾ। ਕੋਈ ਨਵੀਂ ਇਨਕੁਆਇਰੀ ਕੁਝ ਨਹੀਂ ਹੋ ਰਿਹਾ ਔਰ ਸਰਕਾਰਾਂ ਤੋਂ ਕੋਈ ਆਸ ਨਹੀਂ। ਆਸ ਹੈ ਸਾਨੂੰ ਜਨਤਾ ਤੋਂ ਔਰ ਜਨਤਾ ਇਨਸਾਫ ਕਰੇਗੀ। ਅਸੀਂ ਲਗਾਤਾਰ ਇਹ ਮੌਜੂਦਾ ਸਰਕਾਰ ਤੇ ਪਿਛਲੀ ਸਰਕਾਰ ਜਿਨ੍ਹਾਂ ਨੇ ਦੋਸ਼ ਕੀਤਾ, ਜਿਹੜੇ ਦੋਸ਼ੀ ਨੇ, ਜਿਹੜੇ ਦੋਸ਼ੀਆਂ ਨੂੰ ਬਚਾ ਰਹੇ ਨੇ, ਉਹਨਾਂ ਦੇ ਖਿਲਾਫ ਜਨਤਾ ਦੀ ਕਚਹਿਰੀ ਦੇ ਵਿੱਚ ਇਨਸਾਫ ਮਾਰਚ ਲੈ ਕੇ ਜਾਵਾਂਗੇ ਔਰ ਇਹ ਲਗਾਤਾਰ ਜਾਰੀ ਰਹੂ। ਬਰਗਾੜੀ ਬਾਈਬਲ ਦੇ ਦੋਸ਼ੀਆਂ ਨੂੰ ਸਜ਼ਾ ਦਿਓ, ਸਜ਼ਾ ਦਿਓ, ਸਜ਼ਾ ਦਿਓ, ਬਰਗਾੜੀ ਬਾਈਬਲ ਦੇ ਦੋਸ਼ੀਆਂ ਨੂੰ ਸਜ਼ਾ ਦਿਓ, ਸਜ਼ਾ ਦਿਓ, ਸਜ਼ਾ ਦਿਓ। ਪੰਜਾਬ ਸਰਕਾਰ ਅੰਦਰ ਕਰੋ, ਅੰਦਰ ਕਰੋ, ਅੰਦਰ ਕਰੋ। ਬਰਗਾੜੀ ਬਾਈਬਲ ਦੇ ਦੋਸ਼ੀ ਮੁਰਦਾਬਾਦ, 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 ਬਰਗਾੜੀ ਬਾਈਬਲ ਦੇ ਦੋਸ਼ੀ ਮੁਰਦਾਬਾਦ, ਮੁਰਦਾਬਾਦ, ਮੁਰਦਾਬਾਦ। ਪੰਜਾਬ ਸਰਕਾਰ ਮੁਰਦਾਬਾਦ, 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 ਪੰਜਾਬ ਸਰਕਾਰ ਮੁਰਦਾਬਾਦ, ਮੁਰਦਾਬਾਦ, ਮੁਰਦਾਬਾਦ। ਬਰਗਾੜੀ ਬਾਈਬਲ ਦੇ ਦੋਸ਼ੀਆਂ ਨੂੰ ਸਜ਼ਾ ਦਿਓ, ਸਜ਼ਾ ਦਿਓ, ਸਜ਼ਾ ਦਿਓ, ਬਰਗਾੜੀ ਬਾਈਬਲ ਦੇ ਦੋਸ਼ੀਆਂ ਨੂੰ ਸਜ਼ਾ ਦਿਓ, ਸਜ਼ਾ ਦਿਓ, ਸਜ਼ਾ ਦਿਓ। ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਬਰਗਾੜੀ ਤੇ ਬਾਈਬਲ ਦੇ ਦੋਸ਼ੀ ਨੂੰ ਸਜ਼ਾ ਦਿਓ, ਸਜ਼ਾ ਦਿਓ, ਸਜ਼ਾ ਦਿਓ। ਪੰਜਾਬ ਸਰਕਾਰ ਮੁਰਦਾਬਾਦ, 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 ਪੰਜਾਬ ਸਰਕਾਰ ਮੁਰਦਾਬਾਦ, ਮੁਰਦਾਬਾਦ, ਮੁਰਦਾਬਾਦ। ਬਰਗਾੜੀ ਬਾਈਬਲ ਦੇ ਦੋਸ਼ੀਆਂ ਨੂੰ ਸਜ਼ਾ ਦਿਓ, ਸਜ਼ਾ ਦਿਓ, ਸਜ਼ਾ ਦਿਓ, ਗੁਰੂ ਗ੍ਰੰਥ ਮਹਾਰਾਜ ਦੇ ਦੋਸ਼ੀਆਂ ਨੂੰ ਸਜ਼ਾ ਦਿਓ, ਸਜ਼ਾ ਦਿਓ, ਸਜ਼ਾ ਦਿਓ। ਬੇਅਦਬੀ ਕਰਨ ਵਾਲਿਆਂ ਨੂੰ ਅੰਦਰ ਕਰੋ। ਮੈਂ ਪ੍ਰਾਇਮਰੀ ਤੋਂ ਰਣਦੀਪ ਕੌਰ, ਕੈਮਰਾਮੈਨ ਟੀਨਾ ਦੇ ਨਾਲ। ਅਗਲੀ ਕਾਰਵਾਈ ਜੋ ਵੀ ਹੋਏਗੀ ਅਸੀਂ ਤੁਹਾਨੂੰ ਰੂਬਰੂ ਕਰਾਉਂਦੇ ਜਾਵਾਂਗੇ। ਧੰਨਵਾਦ ਜੀ।